ਸਕੂਲਾਂ ਦੇ ਵਿੱਚ ਵੀ ਨਾ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਇੱਕ ਮੈਂ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਇਹੀ ਰਿਕੁਐਸਟ ਕਰੂੰਗੀ ਕਿ 8ਵੀਂ 7ਵੀਂ ਦੇ ਵਿੱਚ ਤੁਸੀਂ ਇੱਕ ਡਰੱਗਸ ਦੇ ਉੱਤੇ ਇੱਕ ਬੁੱਕ ਲਾਂਚ ਕਰੋ ਜਿਹਦੇ ਵਿੱਚ ਸਾਰੇ ਡਰੱਗਸ ਦੇ ਬਾਰੇ ਤੁਹਾਨੂੰ ਦੱਸਣਾ ਚਾਹੀਦਾ ਵੀ ਇਹ ਖਾਣ ਦੇ ਨਾਲ ਇਹ ਇਫੈਕਟ ਹੁੰਦਾ ਆ, ਬ੍ਰੇਨ ਤੇ ਇਹ ਇਫੈਕਟ ਹੁੰਦਾ, ਫਿਜ਼ੀਕਲੀ ਇਹ ਇਫੈਕਟ ਹੁੰਦਾ ਆ। ਕੀ ਲਿਖੋਗੇ ਸੀਐਮ ਮਾਨ ਸਾਹਿਬ ਨੂੰ ਤੇ ਉਸ ਦੇ ਵਿਚਕਾਰ ਕੀ ਮੁੱਦੇ ਰਹਿਣ ਵਾਲੇ ਨੇ ਪੁਆਇੰਟਸ ਟੂ ਪੁਆਇੰਟਸ, ਅਗਰ 5 ਮੁੱਦੇ ਵੀ ਗੱਲ ਹੈ? ਤੁਹਾਨੂੰ ਲੱਗਦਾ ਨਹੀਂ ਸੀ ਅਗਰ ਕੁਰਸੀ ਮਿਲਦੀ ਤਾਂ ਸ਼ਾਇਦ ਇਹ ਮੁੱਦੇ ਜੇ ਤੁਸੀਂ ਮੈਨੂੰ ਦੱਸ ਰਹੇ ਹੋ ਇਹ ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਕਰ ਸਕਦੇ ਸੀ। ਇਹਦੇ ਵਿੱਚ ਆਪਣੇ ਧਰਮ ਦੇ ਵਿੱਚ ਕਈ ਲੋਕਾਂ ਦੀ ਕਮੀਆਂ ਨੇ। ਐਸਜੀਪੀਸੀ ਦੀ ਰਿਸਪੌਂਸਿਬਿਲਟੀ ਬਣਦੀ ਹੈ ਪਿੰਡਾਂ ਦੇ ਵਿੱਚ ਰੋਜ਼ਗਾਰ ਦੇਣੇ ਔਰ ਐਸਜੀਪੀਸੀ ਇਜ਼ ਅ ਸੈਕੰਡ ਗਵਰਨਮੈਂਟ ਆਫ ਪੰਜਾਬ ਔਰ ਉਹਨਾਂ ਦਾ ਧਰਮ ਦੇ ਰਿਲੇਟਡ ਉਹਨਾਂ ਨੂੰ ਆਪਣੀ ਰਿਸਪੌਂਸਿਬਿਲਟੀ ਚੰਗੇ ਤਰੀਕੇ ਨਾਲ ਨਿਭਾਉਣੀ ਚਾਹੀਦੀ। ਸਿੱਖੀ ਸਰੂਪੀ ਦੀ ਗੱਲ ਕਰਦੇ ਹਾਂ, ਉਹਨਾਂ ਦੀ ਐਜੂਕੇਸ਼ਨ ਦਾ ਖਰਚਾ ਚੁੱਕਣ, ਜਿਹੜੇ ਨਹੀਂ ਪੈਸੇ ਖਰਚ ਕਰ ਸਕਦੇ ਉਹਨਾਂ ਲਈ ਕੋਈ ਨਾ ਕੋਈ ਸਾਡੀਆਂ ਧੀਆਂ ਭੈਣਾਂ ਵਾਸਤੇ ਰੋਜ਼ਗਾਰ ਖੜਾ ਕਰਨ। ਐਸਜੀਪੀਸੀ ਦਾ ਇਹ ਫਰਜ਼ ਬਣਦਾ ਇੱਕ ਧਰਮ ਨੂੰ ਜੇ ਉਹ ਸਪੋਰਟ ਕਰਦੇ ਆ ਤੇ ਬਾਕੀ ਕੁਝ ਕਰ ਹੀ ਨਹੀਂ ਰਹੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਲਵਾਨ। ਆਲ ਇੰਡੀਆ ਜਾਟ ਮਹਾਸਭਾ ਦੇ ਵੱਲੋਂ ਜੋ ਹੈ ਸੋਨੀਆ ਮਾਨ ਨੂੰ ਜੋ ਹੈ ਮਹਿਲਾ ਯੂਥ ਵਿੰਗ ਦੀ ਪ੍ਰਧਾਨ ਬਣਾਇਆ ਗਿਆ। ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਹੈ ਤੇ ਇਹ ਜੋ ਪੋਜੀਸ਼ਨ ਮਿਲੀ ਹੈ ਇਸ ਤੋਂ ਬਾਅਦ ਰਣਨੀਤੀ ਕੀ ਰਹੇਗੀ, ਕਿਸ ਦੇ ਉੱਤੇ ਕੰਮ ਕਰੋਗੇ? ਥੈਂਕ ਯੂ ਸੋ ਮਚ। ਰਣਨੀਤੀ ਇਹੀ ਰਹੇਗੀ ਕਿ ਮੈਂ ਪਹਿਲੋਂ ਜਿਸ ਤਰੀਕੇ ਦੇ ਨਾਲ ਸੋਸ਼ਲ ਵਰਕ ਕਰਦੀ ਸੀਗੀ ਉਸੇ ਤਰੀਕੇ ਦੇ ਨਾਲ ਕਰੂੰਗੀ। ਮੇਰਾ ਕੋਈ ਇਹ ਨਹੀਂ ਹੈ ਕਿ ਮੈਂ ਸਿਰਫ ਮੈਂ ਇੱਕ ਆਰਗੇਨਾਈਜੇਸ਼ਨ ਦਾ ਪਾਰਟ ਬਣੀ ਆ ਜਾਟ ਮਹਾਸਭਾ ਦੀ ਔਰ ਬਟ ਮੇਰਾ ਜਿਹੜਾ ਸੋਸ਼ਲ ਵਰਕ ਆ ਉਹ ਇੱਕ ਕਮਿਊਨਿਟੀ ਨੂੰ ਵੰਡਿਆ ਹੋਇਆ ਨਹੀਂਗਾ। ਮੇਰਾ ਸਰਵ ਕਰਨਾ ਸਾਰਿਆਂ ਨੂੰ ਹੀ ਆ। ਮੈਂ ਜਾਟ ਮਹਾਸਭਾ ਦੀ ਵੀ ਮੈਂਬਰ ਆ। ਮੈਂ ਕਾਸ਼ੀ ਰਾਮ ਜੀ ਦੀ ਪਾਰਟੀ ਨੂੰ ਵੀ ਸਪੋਰਟ ਕਰਦੀ ਆ। ਮਤਲਬ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਜਿਹੜੀ ਇੱਕ ਗਰਾਊਂਡ ਲੈਵਲ ਦੇ ਉੱਤੇ ਦਲਿਤਾਂ ਨੂੰ ਲੈ ਕੇ ਜਿਹੜੀ ਗੱਲ ਆਉਂਦੀ ਹੈ, ਭਾਵੇਂ ਉਹ ਸਟੂਡੈਂਟ ਵਿੰਗ ਹੋਵੇ ਭਾਵੇਂ ਜਿਹੜਾ, ਮੈਂ ਉੱਥੇ ਵੀ ਸਪੋਰਟ ਕਰਦੀ ਹਾਂ ਉਹਨਾਂ ਨੂੰ ਜਾ ਕੇ। ਸੋ ਮੇਰਾ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਰਹੇਗਾ ਕਿ ਜਿਹੜੀਆਂ ਵੀ ਸਾਡੀਆਂ ਭੈਣਾਂ ਨੇ ਉਹ ਜ਼ਿਆਦਾਤਰ ਉਹ ਥਾਣਿਆਂ 'ਚ ਨਾ ਜਾਣ, ਹੈ ਨਾ, ਕੋਰਟ ਕਚਹਿਰੀਆਂ ਦੇ ਉਹਨਾਂ ਧੱਕੇ ਨਾ ਖਾਣੇ ਪੈਣ। ਸੋ ਮੇਰਾ ਇਹ ਰਹੂਗਾ ਕਿ ਮੈਂ ਉਹਨਾਂ ਦੀ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਦੇ ਘਰ ਜਾਂ ਸੌਰਟ ਆਊਟ ਕਰ ਸਕਾਂ ਔਰ ਪਿੰਡਾਂ ਦੇ ਵਿੱਚ ਰੋਜ਼ਗਾਰ ਕ੍ਰੀਏਟ ਕਰ ਸਕਾਂ। ਕਿਹਾ ਨਾ ਕਿ ਮਹਿਲਾ ਔਰਤਾਂ ਜੋ ਹੈ ਉਹਨਾਂ ਨੂੰ ਥਾਣੇ ਦੇ ਚੱਕਰ ਨਾ ਲਾਉਣ ਪੈਣ, ਕਿਉਂਕਿ ਅਗਰ ਸੋਸ਼ਲ ਮੀਡੀਆ ਆਪਾਂ ਫਰੋਲੀਏ ਤਾਂ ਅਜਿਹੀਆਂ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋ ਜਾਂਦੀਆਂ। ਬਹੁਤ ਵਾਰ ਮਨੀਸ਼ਾ ਗੁਲਾਟੀ ਜੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਆ, ਉਹ ਵੀ ਬਹੁਤ ਹੈਲਪ ਕਰਦੇ ਨੇ। ਲੇਕਿਨ ਜਦ ਆਪਾਂ ਔਰਤਾਂ ਦੀ ਗੱਲ ਕਰਦੇ ਨੇ, ਤੁਸੀਂ ਵੀ ਬੀਇੰਗ ਅ ਵੂਮਨ ਤੁਸੀਂ ਬਹੁਤ ਕੁਝ ਸੋਚਦੇ ਹੋ ਕਿ ਇੰਨਾ ਕੁਝ ਕੀਤਾ ਜਾ ਸਕਦਾ, ਲੇਕਿਨ ਹਜੇ ਵੀ ਔਰਤ ਜਾ ਜੋ ਪਿੱਛੇ ਰਹਿ ਗਈ ਹੈ। ਵੀਡੀਓਜ਼ ਵਾਇਰਲ ਹੁੰਦੀਆਂ ਨਸ਼ੇ ਦੇ ਵਿਚਕਾਰ, ਹੁਣ ਔਰਤਾਂ ਵੀ ਪੈ ਰਹੀਆਂ, ਉਸ ਨੂੰ ਕਿਵੇਂ ਵੇਖਦੇ ਹੋ? ਉਸ ਦੇ ਲਈ ਜਾਗਰੂਕਤਾ ਮੁਹਿੰਮ ਕਿਵੇਂ ਚਲਾਓਗੇ? ਕਿਉਂਕਿ ਨਸ਼ਾ ਤਾਂ ਜੜ੍ਹਾਂ ਦੇ ਵਿਚਕਾਰ ਪੰਜਾਬ ਦੇ ਚੁੱਕਿਆ ਹੈ। ਭਾਵੇਂ ਆਪਾਂ ਹਮੇਸ਼ਾ ਕਹਿ ਦਿੰਦੇ ਕਿ ਬਾਲੀਵੁੱਡ ਵਾਲੇ ਫਿਲਮ ਬਣਾਉਂਦੇ ਤਾਂ ਉੜਤਾ ਪੰਜਾਬ ਹੀ ਦਿਖਾਉਂਦੇ ਨੇ, ਲੇਕਿਨ ਅਸਲ ਦੇ ਵਿਚਕਾਰ ਵੀ ਉਹ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਥਰੂ ਜੋ ਹੈ ਇਹ ਰੂਟ ਪੰਜਾਬੀ ਹੈ। ਵੇਖੋ ਨਸ਼ਾ ਸ਼ੁਰੂਆਤ ਇਤੀ ਹੁੰਦੀ ਹੈ ਕਿ ਜਦੋਂ ਤੁਸੀਂ ਸਕੂਲਾਂ ਦੇ ਵਿੱਚ ਜੋ ਤੁਸੀਂ ਪੜ੍ਹਦੇ ਹੋ ਕਰਦੇ ਹੋ, ਮੈਂ ਕਹਿੰਦੀ ਹਾਂ ਵੀ ਘਰ ਦਾ ਮਾਹੌਲ ਅਤੇ ਸਕੂਲ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੇ ਕਿ ਯੂਥ ਨੂੰ ਜਾਂ ਬੱਚਿਆਂ ਨੂੰ ਕੁਝ ਸਿਖਾਉਂਦੀਆਂ ਨੇ। ਸੋ ਫਿਜ਼ੀਕਲ ਐਜੂਕੇਸ਼ਨ ਨੂੰ ਆਪਾਂ ਬੜੀ ਮਹੱਤਵਤਾ ਦਿੱਤੀ, ਇਸ ਕਰਕੇ ਸਾਡੇ ਪੰਜਾਬ ਦੇ ਬੱਚੇ ਹਰਿਆਣਾ ਦੇ ਹਰ ਕਿਤੇ ਖੇਡਾਂ ਦੇ ਵਿੱਚ ਅੱਗੇ ਜਾਂਦੇ ਨੇ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਕੂਲਾਂ ਦੇ ਵਿੱਚ ਵੀ ਨਾ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਮੈਂ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਇਹੀ ਰਿਕੁਐਸਟ ਕਰੂੰਗੀ ਕਿ 8ਵੀਂ 7ਵੀਂ ਦੇ ਵਿੱਚ ਤੁਸੀਂ ਇੱਕ ਡਰੱਗਸ ਦੇ ਉੱਤੇ ਇੱਕ ਬੁੱਕ ਲਾਂਚ ਕਰੋ ਜਿਹਦੇ ਵਿੱਚ ਸਾਰੇ ਡਰੱਗਸ ਦੇ ਬਾਰੇ ਤੁਹਾਨੂੰ ਦੱਸਣਾ ਚਾਹੀਦਾ ਵੀ ਇਹ ਖਾਣ ਦੇ ਨਾਲ ਇਹ ਇਫੈਕਟ ਹੁੰਦਾ ਆ, ਬ੍ਰੇਨ ਤੇ ਇਹ ਇਫੈਕਟ ਹੁੰਦਾ, ਫਿਜ਼ੀਕਲੀ ਇਹ ਇਫੈਕਟ ਹੁੰਦਾ ਆ। ਔਰ ਉਸ ਤੋਂ ਬਾਅਦ ਜਿਵੇਂ ਆਪਾਂ ਫਿਜ਼ੀਕਲ ਐਜੂਕੇਸ਼ਨ ਦਾ ਇੱਕ ਪ੍ਰੈਕਟੀਕਲ ਲਾਉਂਦੇ ਆ ਗੇਮ ਦਾ, ਥਿਊਰੀ ਤੋਂ ਇਲਾਵਾ ਪ੍ਰੈਕਟੀਕਲ ਇਹਨਾਂ ਨੂੰ ਸੈਂਟਰਸ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ। ਉੱਥੇ ਵਿਖਾਉਣਾ ਚਾਹੀਦਾ ਡਾਕਟਰ ਨੂੰ ਬਕਾਇਦਾ ਤੌਰ ਦੇ ਉੱਤੇ ਵੀ ਇਹ ਬੰਦਾ ਚਿੱਟਾ ਲੈਂਦਾ ਸੀਗਾ, ਅੱਜ ਦਾ ਇਹ ਹਾਲ ਹੈ, ਇਹ ਫੀਮ ਲੈਂਦਾ ਸੀਗਾ, ਇਹਦਾ ਇਹ ਹਾਲ ਹੈ। ਸੋ ਜਦੋਂ ਆਪਾਂ ਪ੍ਰੈਕਟੀਕਲੀ ਬੱਚਿਆਂ ਨੂੰ ਇਹ ਚੀਜ਼ਾਂ ਵਿਖਾਵਾਂਗੇ ਤਾਂ ਸਾਈਕੋਲੋਜੀਕਲੀ ਮੈਨੂੰ ਲੱਗਦਾ ਉਹਨਾਂ ਦੇ ਦਿਮਾਗ 'ਤੇ ਕਾਫੀ ਇਫੈਕਟ ਹੋਊਗਾ। ਅਤੇ ਜਿਹੜੀ ਇਹ ਚੀਜ਼ ਹੈ ਇਹ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ। ਔਰ ਮੇਰੀ ਇਹ ਸਭ ਤੋਂ ਪਹਿਲੋਂ ਇਹੀ ਹੋਊਗਾ ਕਿ ਮੈਂ ਲੈਟਰ ਹੈਡ ਦੇ ਉੱਤੇ ਉਹਨਾਂ ਨੂੰ ਇਹ ਚਿੱਠੀ ਜਿਹੜੀ ਹੈ ਸੀਐਮ ਸਾਹਿਬ ਨੂੰ ਮਿਲ ਕੇ ਦੇਵਾਂ ਜਾਂ ਮੈਂ ਉਹਨਾਂ ਨੂੰ ਭਿਜਵਾਵਾਂ, ਕਿਉਂਕਿ ਮੈਨੂੰ ਪਤਾ ਹੈ ਵੀ ਉਹ ਇਸ ਚੀਜ਼ ਦੇ ਉੱਤੇ ਰਿਐਕਟ ਕਰਨਗੇ। ਕਿਉਂਕਿ ਗੱਲ ਇਹ ਹੈ ਕਿ ਆਪਾਂ ਜਦ ਕਰਦੇ ਹਾਂ ਸੈਕਸ਼ੂਅਲ ਅਬਿਊਜ਼ ਦੀ ਗੱਲ ਕਰਦੇ ਹਾਂ, ਬੱਚਿਆਂ ਨੂੰ ਇਹ ਸਮਝਾਉਣ ਵਾਸਤੇ ਵੀ ਕਾਫੀ ਚਿਰ ਲੱਗ ਗਿਆ, ਸਮਾਂ ਲੱਗ ਗਿਆ। ਹੁਣ ਡਰੱਗਸ ਦੀ ਜੀ ਇਹ ਖੇਡ ਹੈਗੀ ਹੈ, ਡਰੱਗ ਦੀ ਇਹ ਜੇ ਖੇਡ ਹੈ ਇੱਕ ਵੱਡਾ ਸਮਾਂ ਹੋ ਗਿਆ, ਬੱਚੀਆਂ ਵੀ ਇਸ ਦੇ ਵਿਚਕਾਰ ਆ ਰਹੀਆਂ ਤੇ ਇਸ ਵਾਸਤੇ ਜੇ ਪ੍ਰੋਗਰਾਮ ਸ਼ੁਰੂਆਤ ਕਰਨੀ ਹੋਵੇਗੀ ਤਾਂ ਤੁਹਾਨੂੰ ਨਹੀਂ ਲੱਗਦਾ ਜਿਹਦੇ ਸੈਕਸ਼ੂਅਲ ਅਬਿਊਜ਼ ਵਾਸਤੇ ਬਹੁਤ ਟਾਈਮ ਲੱਗ ਗਿਆ ਕਰਦੇ ਨੂੰ, ਪ੍ਰੋਗਰਾਮ ਬੁਲਾਉਂਦੇ ਨੂੰ, ਸਮਝਾਉਂਦੇ ਨੂੰ, ਤੇ ਇਸ ਦੇ ਵਿਚਕਾਰ ਵੀ ਸਮਾਂ ਹੀ ਲੱਗ ਜਾਊਗਾ? ਵੇਖੋ ਸਮੇਂ ਲੱਗਣ ਦੀ ਗੱਲ ਇਹੀ ਹੈ ਵੀ ਰਾਈਟ ਨਾਓ ਮੇਰੇ ਕੋਲ ਪਹਿਲੋਂ ਕੋਈ ਕਿਸੇ ਵੀ ਤਰੀਕੇ ਦਾ ਕੋਈ ਪਦ ਨਹੀਂ ਸੀਗਾ। ਮੈਂ ਐਜ਼ ਅ ਸੋਸ਼ਲ ਐਕਟਿਵਿਸਟ ਕੰਮ ਕਰ ਰਹੀ ਸੀਗੀ, ਮੇਰੀ ਆਵਾਜ਼ ਕਿੱਥੋਂ ਤੱਕ ਪਹੁੰਚਦੀ ਸੀਗੀ ਉੱਥੋਂ ਤੱਕ ਪਹੁੰਚਦੀ ਸੀਗੀ। ਰਾਈਟ ਨਾਓ ਹੁਣ ਮੇਰੇ ਕੋਲ ਕਿਸੇ
ਮੇਰੇ ਨਾਲ ਕੋਈ ਆਰਗੇਨਾਈਜੇਸ਼ਨ, ਮੈਂ ਕਿਸੇ ਆਰਗੇਨਾਈਜੇਸ਼ਨ ਦਾ ਪਾਰਟ ਆ, ਮੇਰੇ ਕੋਲ ਲੈਟਰ ਹੈਡ ਆ ਪੰਜਾਬ ਦਾ, ਮੈਂ ਉਹ ਚੀਜ਼ ਲਿਖ ਕੇ ਦੇ ਸਕਦੀ ਹਾਂ ਸੀਐਮ ਸਾਹਿਬ ਨੂੰ ਕਿ ਇਹ ਚੀਜ਼ ਦੇ ਉੱਤੇ ਤੁਹਾਨੂੰ ਕਰਨਾ ਚਾਹੀਦਾ ਹੈ। ਚਿੱਠੀ ਲਿਖੋਗੇ ਸੀਐਮ ਮਾਨ ਸਾਹਿਬ ਨੂੰ ਤੇ ਉਸ ਦੇ ਵਿਚਕਾਰ ਕੀ ਮੁੱਦੇ ਰਹਿਣ ਵਾਲੇ ਨੇ, ਪੁਆਇੰਟਸ ਟੂ ਪੁਆਇੰਟਸ, ਅਗਰ 5 ਮੁੱਦੇ ਵੀ ਕਰ ਲੈ? ਮੇਰੇ ਪਹਿਲਾ ਮੁੱਦਾ ਇਹ ਹੈ ਕਿ ਕਿਸਾਨਾਂ ਨੂੰ ਜਿਹੜੀ ਪਾਣੀ ਹੈ, ਨਹਿਰੀ ਪਾਣੀ ਪਹੁੰਚਣਾ ਚਾਹੀਦਾ ਹੈ ਕਿਸਾਨਾਂ ਦੇ ਪਿੰਡਾਂ ਤੱਕ। ਦੂਜਾ ਕਿ ਕਿਸਾਨਾਂ ਨੂੰ ਜਿਹੜੀ ਹੈ ਦਾਲਾਂ ਦੇ ਤੇ ਦੂਜੀਆਂ ਫਸਲਾਂ ਦੇ ਉੱਤੇ ਐਮਐਸਪੀ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਝੋਨਾ ਜਿਹੜਾ ਹੈ ਉਹ ਘੱਟ ਲਾਉਣ, ਉਹਦੇ ਨਾਲ ਪਾਣੀ ਅੱਗੇ ਹੀ ਥੱਲੇ ਜਾ ਰਿਹਾ ਹੈ ਔਰ ਇਹ ਕਿਸਾਨਾਂ ਵਾਸਤੇ ਪ੍ਰੋਬਲਮ ਹੋ ਗਈ। ਔਰ ਮੇਰੀ ਜਿਹੜੀ ਹੈ ਡਰੱਗਸ ਦੇ ਉੱਤੇ ਜਿਹੜੀ ਮੇਰੀ ਹੈਗੀ ਹੈ ਕਿ ਡਰੱਗਸ ਦੇ ਉੱਤੇ ਕਿਤਾਬ ਲਾਂਚ ਹੋਣੀ ਚਾਹੀਦੀ ਹੈ ਔਰ ਪ੍ਰੈਕਟੀਕਲ ਪੀਰੀਅਡ ਉੱਥੇ ਹੋਣਾ ਚਾਹੀਦਾ। ਦੋ ਮੈਨੂੰ ਆ ਮੇਨ ਮੁੱਦੇ ਲੱਗਦੇ ਆ ਹਜੇ ਪੰਜਾਬ ਦੇ। ਔਰ ਜਿਹੜਾ ਇੱਕ ਪਿੰਡਾਂ ਦੇ ਵਿੱਚ ਜਿਹੜੀਆਂ ਕੁੜੀਆਂ ਜਿਹੜੀਆਂ ਆ ਇਸ ਟਾਈਮ ਦੇ ਉੱਤੇ ਜਿਹੜੀਆਂ ਬਾਹਰ ਸਾਡਾ ਯੂਥ ਜਾ ਰਿਹਾ, ਉਹਨਾਂ ਵਾਸਤੇ ਜਿਹੜੇ ਇੱਕ ਸਿਲਾਈ ਸੈਂਟਰ ਹੋਣ, ਜਾਂ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ, ਫੁਲਕਾਰੀਆਂ ਕੱਢਦੇ ਨੇ, ਕਿੰਨੇ ਤਰ੍ਹਾਂ ਦਾ ਇੱਕ ਚੀਜ਼ਾਂ ਨੇ ਹੈ ਨਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਨਾ ਉਹ ਉਹਨਾਂ ਦਾ ਕੋਈ ਰੋਜ਼ਗਾਰ ਪੈਦਾ ਹੋਣਾ ਚਾਹੀਦਾ, ਉਹਨਾਂ ਨੂੰ ਐਸੋਸੀਏਟ ਕਰਕੇ ਕਿਸੇ ਕੰਪਨੀਜ਼ ਦੇ ਨਾਲ। ਔਰ ਪੰਜਾਬ ਦੇ ਕਈ ਜਗ੍ਹਾਵਾਂ ਇੰਨੀਆਂ ਖੂਬਸੂਰਤ ਆ, ਉਹ ਖਾਲੀ ਪਈਆਂ ਨੇ ਹਜੇ ਤੱਕ, ਉਹਨਾਂ ਦੇ ਟੂਰਿਜ਼ਮ ਜਨਰੇਟ ਹੋਣਾ ਚਾਹੀਦਾ ਆ। ਜਿਵੇਂ ਆਪਾਂ ਹਰੀਕੇ ਪੱਤਨ ਦੀ ਗੱਲ ਕਰ ਲਈ, ਉਧਰਲੇ ਸਾਈਡ ਦੇ ਉੱਤੇ ਅਸੀਂ ਮੈਂ ਤੇ ਅਮਿਤੋਜ ਬਾਈ ਗਏ ਸੀਗੇ ਪਿੱਛੇ ਦੇਖਣ ਵਾਸਤੇ। ਬਹੁਤ ਸਾਰੇ ਮੁੱਦੇ ਆ, ਉਵੇਂ ਦੇ ਬੁੱਢਾ ਦਰਿਆ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਨੇ। ਬੁੱਢਾ ਦਰਿਆ ਦੇ ਨਾਲ ਪਿੰਡਾਂ ਦੇ ਵਿੱਚ ਗਏ ਸੀਗੇ, ਉੱਥੇ ਇਹੋ ਜਿਹੇ ਪਿੰਡ ਨੇ ਜਿੱਥੇ ਕਿ ਕੈਂਸਰ ਵਰਗੀਆਂ ਬਿਮਾਰੀਆਂ ਦੇ ਹੈ ਹੀ, ਸਕਿਨ ਪ੍ਰੋਬਲਮਸ ਨੇ, ਕਾਲਾ ਪੀਲੀਆ ਉਹ ਲੋਕਾਂ ਨੂੰ ਇੰਨਾ ਹੋ ਚੁੱਕਿਆ ਨੇ ਬੁੱਢਾ ਦਰਿਆ ਦਾ ਪਾਣੀ ਯੂਜ਼ ਕਰਦੇ ਕਿਉਂਕਿ ਉਹਦੇ 'ਚ ਫੈਕਟਰੀਆਂ ਦਾ ਪਾਣੀ ਜਾਂਦਾ ਆ। ਸੋ ਇਹ ਇੱਕ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਕਿ ਮੈਂ ਲਿਖਣਾ ਚਾਹੂੰਗੀ। ਆਈ ਬਿਲੀਵ ਸੋ ਉਹਨਾਂ ਦੇ ਉੱਤੇ ਕੰਮ ਵੀ ਹੋ ਰਿਹਾ ਆ, ਬਟ ਜੇ ਨਹੀਂ ਹੋਊਗਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਧਰਨਾ ਲਾਇਆ ਜਾਊਗਾ। ਕਿਸਾਨ ਜਦ ਸੰਘਰਸ਼ ਚੱਲਿਆ ਸੀ ਤਾਂ ਸੋਨੀਆ ਮਾਨ ਜਿਸ ਤਰ੍ਹਾਂ ਦੇ ਨਜ਼ਰ ਆਈ ਸੀ, ਤੇ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰ ਰਹੇ ਹੋ, ਬਹੁਤ ਸਪੈਕੂਲੇਸ਼ਨ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿਚਕਾਰ ਜਾਣ ਦੀ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿਚਕਾਰ ਜਾਣ ਦੀ। ਕੀ ਸਿਆਸੀ ਤੁਹਾਨੂੰ ਲੱਗਦਾ ਨਹੀਂ ਸੀ ਅਗਰ ਕੁਰਸੀ ਮਿਲਦੀ ਤਾਂ ਸ਼ਾਇਦ ਇਹ ਮੁੱਦੇ ਜੇ ਤੁਸੀਂ ਮੈਨੂੰ ਦੱਸ ਰਹੇ ਹੋ ਇਹ ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਕਰ ਸਕਦੇ ਸੀ? ਵੇਖੋ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗੱਲ ਆਉਂਦੀ ਹੈ, ਮੈਂ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਜੁਆਇਨ ਨਹੀਂ ਕਰਨੀ ਸੀਗੀ। ਇਹ ਇੱਕ ਐਵੇਂ ਖਬਰ ਸੀਗੀ, ਮੈਂ ਬਹੁਤ ਵਾਰ ਕਲੀਅਰ ਕਰ ਚੁੱਕੀ ਹਾਂ। ਦੂਜੀ ਗੱਲ, ਆਮ ਆਦਮੀ ਪਾਰਟੀ ਮੈਂ ਜੁਆਇਨ ਕਰਨੀ ਸੀਗੀ, ਆਮ ਆਦਮੀ ਪਾਰਟੀ, ਬਟ ਮੈਂ ਨਹੀਂ ਕੀਤੀ ਕਿਉਂਕਿ ਲੋਕੀ ਮੈਨੂੰ ਬੋਲਣਾ ਸ਼ੁਰੂ ਹੋ ਗਏ ਵੀ ਇਹ ਵੇਖੋ ਜੀ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਪਾਰਟੀ ਜੁਆਇਨ ਕਰ ਰਹੀ ਹੈ, ਇਹ ਆ ਉਹ ਆ। ਮੈਂ ਨਹੀਂ ਕੀਤਾ। ਮੈਂ ਫਿਰ ਸੋਚਿਆ ਵੀ ਮੈਂ ਚੰਗੇ ਲੋਕਾਂ ਨੂੰ ਸਪੋਰਟ ਕਰੂੰਗੀ। ਰਾਈਟ ਮਾਨ, ਇੱਥੇ ਇੱਕ ਸਵਾਲ ਹੈਗਾ ਕਿਉਂਕਿ ਕਿਸਾਨਾਂ ਨੇ ਵੀ ਤਾਂ ਆਪਣੀ ਪਾਰਟੀ ਕੀਤੀ, ਉਹ ਵੀ ਤਾਂ ਚੋਣ ਲੜੇ ਸਨ। ਅਗਰ ਸੋਨੀਆ ਮਾਨ ਚੋਣ ਲੜ ਲੈਂਦੀ ਫਿਰ ਕੀ ਹੋ ਜਾਣਾ ਸੀ? ਕੁਛ ਨਹੀਂ ਹੋਣਾ ਸੀਗਾ। ਮੈਂ ਨਹੀਂ ਮੰਨਦੀ ਵੀ ਪੋਲੀਟਿਕਸ ਦੇ ਵਿੱਚ ਆਉਣਾ ਕੋਈ ਬੁਰੀ ਗੱਲ ਹੈ। ਜਦੋਂ ਟਾਈਮ ਹੋਊਗਾ ਉਦੋਂ ਆ ਜਾਵਾਂਗੇ, ਬਟ ਰਾਈਟ ਨਾਓ ਹਜੇ ਮੈਨੂੰ ਲੱਗਦਾ ਹੈ ਕਿ ਮੈਨੂੰ ਸਿੱਖਣ ਦੀ ਲੋੜ ਹੈ। ਮੈਂ ਪੋਲੀਟੀਕਲ ਨਹੀਂ ਆ। ਮਤਲਬ ਇੱਥੇ ਬਹੁਤ ਚਲਾਕ ਲੋਕੀ ਹੈ, ਡਿਪਲੋਮੈਟ ਲੋਕੀ ਨੇ, ਮਤਲਬ ਬੋਲਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਸੋ ਆਮ ਅ ਵੈਰੀ ਸਟ੍ਰੇਟ ਫਾਰਵਰਡ ਪਰਸਨ। ਤੁਹਾਡੇ ਫਾਦਰ ਸਾਹਿਬ ਆਪ ਸਿਆਸੀ ਮਾਹਿਰ ਰਹੇ ਨੇ, ਤੁਸੀਂ ਮਤਲਬ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਖੂਨ 'ਚ ਹੋਣੀ ਚਾਹੀਦੀ ਹੈ ਸਿਆਸਤ, ਤੁਸੀਂ ਕਹਿੰਦੇ ਹੋ ਹਜੇ ਮੈਨੂੰ ਸਮਾਂ ਲੱਗੇਗਾ। ਵੇਖੋ, ਮੇਰੇ ਫਾਦਰ ਸਾਹਿਬ ਨੂੰ ਮੈਂ ਦੇਖਿਆ ਨਹੀਂ। ਜਦੋਂ ਮੈਂ 16 ਦਿਨਾਂ ਦੀ ਸੀਗੀ ਮੇਰੇ ਪਾਪਾ ਦੀ ਡੈਥ ਹੋ ਗਈ ਸੀਗੀ, ਬਟ ਮੈਂ ਜਿਹੇ ਜਿਹੇ ਮਾਹੌਲ 'ਚ ਰਹੀ ਹਾਂ, ਮੈਂ ਬੜੇ ਇਨਕਲਾਬੀ ਜਿਹੇ ਮਾਹੌਲ 'ਚ ਰਹੀ ਹਾਂ। ਮੇਰੇ ਸਤਪਾਲ ਡਾਂਗ, ਵਿਮਲਾ ਡਾਂਗ ਉਹਨਾਂ ਦੇ ਨਾਲ ਮੇਰਾ ਬਚਪਨ ਬੀਤਿਆ ਆ, ਗਦਰੀ ਬਾਬਿਆਂ ਦੇ ਨਾਲ, ਦੇਸ਼ ਭਗਤੀ ਯਾਦਗਾਰ ਹਾਲ। ਸੋ ਮੈਂ ਨਾ ਉਹੋ ਜਿਹਾ ਜਵਾਕ ਸੀ ਕਿ ਜਿਹੜਾ ਕਿ ਲਈ ਸੱਚ ਦਾ ਸਾਥ ਦੇਣਾ, ਲਾਈਕ ਮੇਰੇ ਮਾਮ ਜਿਵੇਂ ਮੇਰਾ ਬਰਥਡੇ ਪਿੰਗਲਵਾੜੇ ਮਨਾਉਂਦੇ ਨੇ, ਮਤਲਬ ਕੋਈ ਨਾ ਕੋਈ ਚੰਗੀਆਂ ਚੀਜ਼ਾਂ ਹੀ ਕਰਦੇ ਆ। ਫਿਰ ਮੈਂ ਫਿਲਮ ਇੰਡਸਟਰੀ 'ਚ ਚਲੇ ਗਈ ਬਿਕਾਜ਼ ਮੈਂ ਗੁਸ਼ਨ ਭਾਜੀ ਉਹਨਾਂ ਦੇ ਨਾਲ ਮੇਰੇ ਪਾਪਾ ਦੀ ਵਰਸੀ ਦੇ ਉੱਤੇ ਉਹ ਪਲੇ ਕਰਦੇ ਹੁੰਦੇ ਸੀਗੇ, ਤੇ ਉਹਨਾਂ ਦੇ ਨਾਲ ਇੱਕ ਥੀਏਟਰ ਵੱਲ ਜਾ ਕੇ ਐਕਟਿੰਗ ਦਾ ਸ਼ੌਂਕ ਪੈਦਾ ਹੋ ਗਿਆ, ਉੱਧਰ ਚਲੇ ਗਈ। ਹੁਣ ਮੈਂ ਕਿਸਾਨ ਅੰਦੋਲਨ 'ਚ ਪਿੰਡ ਸੀਗੀ ਤੇ ਮੈਨੂੰ ਲੱਗਾ ਮੇਰੇ ਪਾਪਾ ਨੇ ਇੱਕ ਡ੍ਰੀਮ ਸੀਗਾ ਮੇਰੇ ਪਾਪਾ ਦਾ, ਮੈਂ ਲੋਕਾਂ ਨੂੰ, ਸੋਸਾਇਟੀ ਨੂੰ ਸਰਵ ਕਰਾਂ, ਉਵੇਂ ਮੈਂ ਕਰਦੀ ਸੀਗੀ, ਬਟ ਇੱਕ ਮੀਡੀਅਮ ਸੀਗਾ ਹੈ ਨਾ, ਮੈਂ ਕੀਤਾ। ਹੁਣ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਇੰਨਾ ਕੁ ਜ਼ਿਆਦਾ ਇਸ ਚੀਜ਼ ਦੇ ਵਿੱਚ ਖੁੱਭ ਜੂੰਗੀ ਕਿ ਲਾਈਕ ਮੇਰੇ ਕੋ ਬਾਹਰ ਨਹੀਂ ਨਿਕਲਿਆ ਜਾਊਗਾ ਹੁਣ, ਕਿਉਂਕਿ ਆਏ ਦਿਨ ਕੋਈ ਨਾ ਕੋਈ ਪੰਚਾਇਤ ਹੁੰਦੀ ਆ, ਕਦੀ ਰਾਜਸਥਾਨ ਹੁੰਦੀ, ਕਦੀ ਯੂਪੀ ਹੁੰਦੀ, ਕਦੀ ਹਰਿਆਣੇ ਹੁੰਦੀ, ਉਹ ਹਰ ਕਿਤੇ ਮੈਨੂੰ ਬੁਲਾਉਂਦੇ ਆ, ਕਿਤੇ ਧਰਨਾ ਹੁੰਦਾ ਉਹ ਮੈਨੂੰ ਬੁਲਾਉਂਦੇ ਆ। ਫਿਰ ਜੇ ਮੈਂ ਨਹੀਂ ਜਾਂਦੀ ਫਿਰ ਉਹਨਾਂ ਨੂੰ ਬੁਰਾ ਲੱਗਦਾ ਇਸ ਚੀਜ਼ ਦੇ ਉੱਤੇ। ਉਹ ਇਸ ਚੀਜ਼ਾਂ ਕਰਕੇ ਮੇਰਾ ਕਰੀਅਰ ਜਿਹੜਾ ਆ, ਮੇਰੀਆਂ ਫਿਲਮਾਂ ਜਿਹੜੀਆਂ ਆ, ਮੇਰਾ ਕੰਮ ਜਿਹੜਾ ਆ ਉਹ ਪਿੱਛੇ ਪੈ ਗਿਆ ਕਿਤੇ ਨਾ ਕਿਤੇ, ਕਿਉਂਕਿ ਜਦੋਂ ਤੁਸੀਂ ਫਿਲਮ ਇੰਡਸਟਰੀ 'ਚ ਹੁੰਦੇ ਤੁਹਾਨੂੰ ਫੋਕਸ ਰਹਿਣਾ ਪੈਂਦਾ, ਤੁਹਾਨੂੰ ਜਿਮ ਜਾਣਾ ਪੈਂਦਾ, ਤੁਹਾਨੂੰ ਡਾਈਟ ਕਰਨੀ ਪੈਂਦੀ ਆ। ਇੱਥੇ ਤੁਸੀਂ ਕਿਸੇ ਦੇ ਘਰ ਵੀ ਚਾਹ ਨਹੀਂ ਮਨਾ ਕਰ ਸਕਦੇ, ਮਤਲਬ ਯੂ ਹੈਵ ਟੂ ਗੋ। ਸੋ ਮੈਂ ਇਹ ਸਾਰੀਆਂ ਚੀਜ਼ਾਂ ਹੁਣ ਕਰ ਰਹੀ ਹਾਂ। ਮੈਨੂੰ ਨਹੀਂ ਪਤਾ ਮੇਰੀ ਜਰਨੀ ਮੈਨੂੰ ਕਿੱਥੇ ਲੈ ਕੇ ਜਾਊਗੀ, ਕਿਉਂਕਿ ਇਹ ਕੁਛ ਪਲਾਨ ਨਹੀਂਗਾ, ਇਹ ਮੈਨੂੰ ਕੁਛ ਨਹੀਂ ਪਤਾ। ਆਈ ਐਮ ਜਸਟ ਡੂਇੰਗ ਫॉर द ਸੇਕ ਆਫ ਪੀਪਲ। ਵੀਡੀਓਜ਼ ਵੀ ਬਹੁਤ ਵਾਇਰਲ ਹੁੰਦੀ ਹੈ, ਭਾਵੇਂ ਦੀਪ ਸਿੱਧੂ ਦੀ ਗੱਲ ਕਰ ਦਿੱਤੀ ਜਾਵੇ। ਜਦ ਦੀਪ ਸਿੱਧੂ ਸੀ ਤਾਂ ਉਸ ਵੇਲੇ ਤੁਹਾਡੀ ਬੋਲਬਾਣੀ ਜਾਂ ਤੁਹਾਡੇ ਬਿਆਨ ਵੱਖਰੇ ਹੁੰਦੇ ਸੀ, ਜਦ ਉਹਨਾਂ ਦੀ ਡੈਥ ਹੁੰਦੀ ਹੈ ਤੁਹਾਡੇ ਬਿਆਨ ਇੱਕਦਮ ਬਦਲ ਜਾਂਦੇ। ਇਹਨਾਂ ਟ੍ਰੋਲਰਸ ਨੂੰ ਕਿਵੇਂ ਵੇਖਦੇ ਹੋ? ਵੇਖੋ, ਦੀਪ ਸਿੱਧੂ ਦੀ ਗੱਲ ਮੈਂ ਕਰਾਂ ਤੇ ਦੀਪ ਸਿੱਧੂ ਵੀ ਬਹੁਤ ਨਿਊ ਸੀ
ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੈ ਨਾ। ਜਿਵੇਂ ਮੈਨੂੰ ਨਹੀਂ ਸਮਝ ਲੱਗਦੀ ਸੀਗੀ ਇਹ ਸਾਰੀਆਂ ਗੱਲਾਂ ਦੇ ਵਿੱਚ, ਕਿਉਂਕਿ ਇੱਥੇ ਨਾ ਬਹੁਤ ਮਾਹਿਰ ਪੋਲੀਟੀਸ਼ੀਅਨਸ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ, ਰਾਈਟ। ਮੈਂ ਉਸ ਟਾਈਮ 'ਤੇ ਇਹ ਦਿਖਾਇਆ ਜਾਂਦਾ ਸੀਗਾ ਕਿ ਪੰਜਾਬ ਦੀ ਜਿਹੜੀਆਂ ਜਥੇਬੰਦੀਆਂ ਜਿੰਨੀਆਂ ਵੀ ਗਈਆਂ ਨੇ ਉੱਥੇ ਉਹਨਾਂ ਨੂੰ ਸਪੋਰਟ ਕਰਕੇ ਚੱਲਣਾ ਹੈ, ਕਿਉਂਕਿ ਉਹੀ ਗਵਰਨਮੈਂਟ ਦੇ ਨਾਲ ਗੱਲ ਕਰਦੀਆਂ ਸੀਗੀਆਂ। ਔਰ ਜੇ ਗੱਲ ਕੀਤੀ ਜਾਵੇ ਲਾਲ ਕਿਲ੍ਹੇ ਦੀ, ਜਿਹੜੇ ਉੱਥੇ ਗਏ ਸੀਗੇ, ਹੁਣ ਦੀਪ ਸਿੱਧੂ ਦੀ ਵੀ ਬਾਅਦ 'ਚ ਸਟੇਟਮੈਂਟ ਇਹ ਆਈ ਸੀਗੀ ਕਿ ਮੈਂ ਲਾਲ ਕਿਲ੍ਹੇ ਕਿਸੇ ਨੂੰ ਨਹੀਂ ਲੈ ਕੇ ਗਿਆ ਸੀਗਾ, ਮੈਂ ਉੱਥੇ ਕਰਾਊਡ ਕੰਟਰੋਲ ਕਰਨ ਵਾਸਤੇ ਗਿਆ ਸੀਗਾ, ਮੈਂ ਤੇ ਸਾਰਿਆਂ ਨੂੰ ਵਾਪਸ ਲੈ ਕੇ ਆਉਣਾ ਚਾਹੁੰਦਾ ਸੀਗਾ, ਮੈਂ ਉੱਥੇ ਨਹੀਂ ਗਿਆ ਸੀਗਾ, ਨਾ ਹੀ ਮੈਂ ਕਿਸੇ ਨੂੰ ਲੈ ਕੇ ਗਿਆ ਸੀਗਾ। ਹੁਣ ਉਦੋਂ ਉਸ ਗੱਲਾਂ ਦੇ ਉੱਤੇ ਵਿਖਾਉਂਦੇ ਸੀਗੇ ਕਿ ਦੀਪ ਸਿੱਧੂ ਸਾਰਿਆਂ ਨੂੰ ਉੱਥੇ ਲੈ ਕੇ ਗਿਆ ਹੈ, ਲੱਖਾ ਸਿਧਾਣਾ ਸਾਰਿਆਂ ਨੂੰ ਉੱਥੇ ਲੈ ਕੇ ਗਿਆ। ਵੇਖੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਨਾ, ਲਾਈਕ ਕਿਸਾਨ ਅੰਦੋਲਨ 'ਚ ਬਹੁਤ ਤਰੀਕੇ ਦੀਆਂ ਗੱਲਾਂ ਹੋਈਆਂ। ਸਾਰੇ ਕਿਸਾਨੀ ਲੀਡਰ ਇਹ ਚਾਹੁੰਦੇ ਸੀਗੇ ਕਿ ਜਿਸ ਤਰੀਕੇ ਦਾ ਟ੍ਰਿਪ ਪਲਾਨ ਹੋਇਆ ਸੀਗਾ ਇੱਕ ਉਸ ਤਰੀਕੇ ਦੇ ਨਾਲ ਹੋ ਨਹੀਂ ਪਾਇਆ। ਲੋਕੀ ਹੁਣ ਇਹ ਗਵਰਨਮੈਂਟ ਦੀ ਸਾਜ਼ਿਸ਼ ਸੀਗੀ ਕਿ ਉਹਨਾਂ ਨੂੰ ਭਟਕਾ ਦਿੱਤਾ ਗਿਆ, ਰਾਵਾਂ ਤੋਂ ਭਟਕਾ ਦਿੱਤਾ ਗਿਆ, ਕੌਣ ਕਿੱਥੇ ਗਿਆ ਕੌਣ ਕਿੱਥੇ ਨਹੀਂ ਗਿਆ। ਹੁਣ ਉਸ ਤਰੀਕੇ ਨਾਲ ਉਸ ਟਾਈਮ 'ਤੇ ਜੇ ਸਿਚੁਏਸ਼ਨ ਵੇਖੀਏ, ਹਰ ਇੱਕ ਦੀ ਸਿਚੁਏਸ਼ਨ ਹੁੰਦੀ ਆ, ਉਸ ਟਾਈਮ 'ਤੇ ਉਹਨੂੰ ਵਿਲਨ ਬਣਾ ਦਿੱਤਾ ਗਿਆ ਸੀਗਾ। ਹੁਣ ਸਾਡੇ ਵਰਗਿਆਂ ਨੂੰ, ਆਪਾਂ ਕਿਹੜੇ ਪੋਲੀਟੀਕਲ ਮਾਇਰ ਆ, ਸਾਨੂੰ ਪਤਾ ਹੈ ਵੀ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ, ਰਾਈਟ। ਹੁਣ ਜੇ ਆਪਾਂ ਆਲ ਓਵਰ ਵਿਜ਼ਨ ਦੇ ਨਾਲ ਦੂਰੋਂ ਹੋ ਕੇ ਵੇਖੀਏ ਤਾਂ ਸਾਨੂੰ ਹੁਣ ਸਮਝ ਲੱਗਦੀ ਹੈ ਵੀ ਉਦੋਂ ਹੋਇਆ ਕੀ ਸੀਗਾ, ਰਾਈਟ ਨਾਓ। ਸਮਝਦੇ ਹੋ ਕਿ ਤੁਸੀਂ ਰਾਹ ਭਟਕਦੇ ਭਟਕਦੇ ਹੁਣ ਪੂਰੀ ਰਾਹ 'ਤੇ ਪੈ ਚੁੱਕੇ ਹੋ, ਤਾਂ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਹੈ? ਹਜੇ ਵੀ ਨਹੀਂ ਪਤਾ, ਕਿਉਂਕਿ ਮੈਂ ਪਰਫੈਕਟ ਨਹੀਂ ਆ, ਮੈਨੂੰ ਨਹੀਂ ਪਤਾ। ਨੋਬਡੀ ਇਜ਼ ਪਰਫੈਕਟ ਸੋਨੀਆ। ਟਾਈਮ ਲੱਗਦਾ ਹੈ ਹਰ ਕੁਝ ਸਿੱਖਣ ਨੂੰ। ਤੁਸੀਂ ਕਹਿੰਦੇ ਹੋ ਆਪਾਂ ਸਿਆਸੀ ਮਾਹਿਰ ਤਜਰਬਾ ਹੁੰਦਾ ਹੈ, ਲੇਕਿਨ ਇੱਕ ਤਜਰਬਾ ਹੋ ਗਿਆ ਤੁਹਾਡਾ, ਕਾਫੀ ਅੰਦੋਲਨ ਦੇਖ ਲਏ, ਇਹ ਵੀ ਦੇਖ ਲਿਆ, ਤੁਸੀਂ ਮਾਨ ਸਾਹਿਬ ਦੀ ਸਪੋਰਟ ਵੀ ਕੀਤੀ, ਮਾਨ ਸਾਹਿਬ ਦੇ ਬਿਆਨ ਦੇ ਤੁਸੀਂ ਖਿਲਾਫ ਵੀ ਗਏ ਕਿ ਮਾਨ ਸਾਹਿਬ ਦੇ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ, ਭਾਵੇਂ ਭਗਤ ਸਿੰਘ ਹੋਵੇ, ਕੋਈ ਵੀ ਸ਼ਹੀਦ ਹੋ ਗਏ। ਲੇਕਿਨ ਗਰਮ ਖਿਆਲੀ ਦੇ ਵਿਚਕਾਰ, ਦੇਸ਼ ਭਗਤੀ ਦੇ ਵਿਚਕਾਰ ਤੁਹਾਨੂੰ ਲੱਗਦਾ ਤੁਸੀਂ ਜੂਝਦੇ ਰਹਿ ਜਾਓਗੇ ਕਿ ਆਖਿਰ ਸੋਨੀਆ ਮਾਨ ਨੇ ਕੀ ਕਹਿਣਾ। ਤੁਸੀਂ ਕਹਿੰਦੇ ਹਜੇ ਵੀ ਪਰਫੈਕਟ ਨਹੀਂ ਹੈ, ਲੇਕਿਨ ਰਾਹ ਤਾਂ ਇੱਕ ਚੁਣਨੀ ਪਊਗੀ। ਵੇਖੋ ਮੇਰੇ ਰਾਹ ਇਹੀ ਹੈ, ਇਨਸਾਨੀਅਤ ਨੂੰ ਸਪੋਰਟ ਕਰਨਾ, ਸਹੀ ਦਾ ਸਹੀ ਕਹਿਣਾ, ਗਲਤ ਨੂੰ ਗਲਤ ਕਹਿਣਾ, ਠੀਕ ਹੈ। ਮਾਨ ਸਾਹਿਬ ਨੂੰ ਮੈਂ ਸਪੋਰਟ ਕੀਤੀ ਕਾਮਰੇਡ ਵਰਸਸ ਸਿੱਖ ਖਤਮ ਕਰਨ ਵਾਸਤੇ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਹਰ ਕੋਈ ਆਪਸ 'ਚ ਹੀ ਲੜਦਾ ਰਹੇ। ਮੈਂ ਚਾਹੁੰਦੀ ਇਕੱਠੇ ਮਿਲ ਕੇ ਮੁੱਦਿਆਂ ਦੀ ਗੱਲ ਕਰੋ, ਮੁੱਦਿਆਂ ਦੇ ਉੱਤੇ ਲੜੋ, ਠੀਕ ਹੈ। ਕੋਈ ਕਾਮਰੇਡ ਥੋੜ੍ਹਾ ਨਾ ਹੈ ਵੀ ਉਹਨਾਂ ਦਾ ਅਲੱਗ ਧਰਮ ਆ, ਠੀਕ ਆ। ਮੈਂ ਇਹ ਸੋਚਦੀ ਹਾਂ ਵੀ ਮੈਂ ਵੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ, ਠੀਕ ਆ। ਮੇਰੀ ਵਿਚਾਰਧਾਰਾ ਕੋਈ ਵੀ ਹੋ ਸਕਦੀ ਆ, ਬਟ ਮੇਰੀ ਵਿਚਾਰਧਾਰਾ ਸਭ ਤੋਂ ਪਹਿਲਾਂ ਮੈਨੂੰ ਵੀ ਇਹ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਇਹੀ ਸਿਖਾਉਂਦੀ ਹੈ, ਕਿਰਤ ਕਰੋ, ਵੰਡ ਕੇ ਛਕੋ, ਸਾਰੇ ਧਰਮਾਂ ਦੀ ਰਿਸਪੈਕਟ ਕਰੋ, ਸਾਰਿਆਂ ਦੀ ਰਿਸਪੈਕਟ ਕਰੋ। ਦੈਟਸ ਵਾਟ ਆਈ ਥਿੰਕ। ਸੋ ਦੈਟਸ ਵਾਟ ਮੈਂ ਇਹੀ ਚਾਹੁੰਦੀ ਹਾਂ ਵੀ ਸਾਰੇ ਇਹੀ ਕਰਨ, ਹੈ ਨਾ। ਵੀ ਕਿਸੇ ਨੂੰ ਵੰਡਣਾ ਨਹੀਂ ਚਾਹੀਦਾ ਆਪਸ ਦੇ ਵਿੱਚ। ਕੋਈ ਕਿਸੇ ਨੂੰ ਗਾਲਾਂ ਕੱਢ ਰਿਹਾ ਹੈ, ਕੋਈ ਹਿੰਦੂਆਂ ਨੂੰ ਗਾਲਾਂ ਕੱਢ ਰਿਹਾ ਹੈ, ਕੋਈ ਮੁਸਲਮਾਨਾਂ ਨੂੰ ਕੱਢ ਰਿਹਾ ਹੈ। ਮੈਨੂੰ ਇਹ ਲੱਗਦਾ ਵੀ ਇਹ ਨਹੀਂ ਕਰਨਾ ਚਾਹੀਦਾ, ਮਤਲਬ ਪਿਆਰ ਦੇ ਨਾਲ ਰਹਿਣਾ ਚਾਹੀਦਾ। ਬਟ ਇਹ ਪੋਲੀਟਿਕ ਜਿਹੜੀ ਹੈ ਨਾ, ਬਹੁਤ ਗੰਦੀ ਚੀਜ਼ ਹੈ। ਕਿਸੇ ਨਾ ਕਿਸੇ ਦੀ ਜਿਹੜੀ ਧਰਮ ਜਾਤ ਦੀ ਪੋਲੀਟਿਕਸ ਹੈ ਨਾ, ਮੈਨੂੰ ਉਹ ਨਹੀਂ ਚੰਗੀ ਲੱਗਦੀ। ਬਿਕਾਜ਼ ਮੈਨੂੰ ਇਹ ਲੱਗਦਾ ਵੀ ਧਰਮ ਜਿਹੜਾ ਹੈ ਨਾ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਚੰਗਾ ਲੱਗਦਾ, ਰਿਸਪੈਕਟੇਬਲ ਆ। ਸਾਰਿਆਂ ਦੇ ਧਰਮ ਜਿਹੜੇ ਹੈ ਨਾ ਮਾਨਯੋਗ ਆ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕਿਸੇ ਦੇ ਵੀ ਇਮੋਸ਼ਨ ਨੂੰ ਹਰਟ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰ ਕੋਈ ਬੰਦਾ ਆਪਣੇ ਧਰਮ ਨੂੰ ਲੈ ਕੇ ਬਹੁਤ ਇਮੋਸ਼ਨਲ ਹੁੰਦਾ ਆ, ਕਿਉਂਕਿ ਤੁਸੀਂ ਬਚਪਨ ਤੋਂ ਹੀ ਉਹੀ ਸਿੱਖਿਆ ਲਈ ਹੈ। ਸੋ ਉਸ ਚੀਜ਼ ਦੇ ਉੱਤੇ ਇਫੈਕਟ ਨਹੀਂ ਕਰਨਾ ਚਾਹੀਦਾ। ਅਸੀਂ ਧਰਮ ਦੀ ਗੱਲ ਕਰਦੇ ਹਾਂ, ਇੱਕ ਦੂਜੇ ਦੀ ਧਰਮ ਨੂੰ ਰਿਸਪੈਕਟ ਹੋਣੀ ਚਾਹੀਦੀ ਹੈ, ਲੇਕਿਨ ਇਸ ਤਰ੍ਹਾਂ ਦੇ ਮਾਹੌਲ ਅਗਰ ਇਸ ਵੇਲੇ ਗੱਲ ਕਰੀਏ, ਸਿਆਸੀ ਮਾਹਿਰਾਂ ਨੇ ਕਿਹਾ ਕਿ ਬਹੁਤ ਸਾਰੇ ਸਿੱਖ ਲੋਕਾਂ ਨੂੰ ਕ੍ਰਿਸਚੀਅਨ ਦੇ ਵਿਚਕਾਰ ਬਦਲਿਆ ਜਾ ਰਿਹਾ, ਇੱਕ ਵੱਡੀ ਗਿਣਤੀ ਦੇ ਵਿਚਕਾਰ। ਵੇਖੋ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਇਹਦੇ ਵਿੱਚ ਆਪਣੇ ਧਰਮ ਦੇ ਵਿੱਚ ਕਈ ਲੋਕਾਂ ਦੀ ਕਮੀਆਂ ਨੇ। ਵੇਖੋ ਜਦੋਂ ਬੰਦਾ ਮਜਬੂਰ ਹੁੰਦਾ ਆ, ਜਦੋਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ, ਕਰਜ਼ੇ ਦੇ ਥੱਲੇ ਦੱਬਿਆ ਹੁੰਦਾ, ਉਹ ਕੁਝ ਵੀ ਇਹੋ ਜਿਹਾ ਕਰਦਾ ਆ। ਅਤੇ ਇਹਦੇ 'ਚ ਰਿਸਪੋਂਸੀਬਿਲਿਟੀ ਜੇ ਬਾਕੀ ਧਰਮਾਂ ਵਾਲੇ ਜਿਹੜੇ ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਨੇ, 12ਵੀਂ ਤੱਕ ਪੈਸੇ ਦੇ ਰਹੇ ਨੇ, ਮੈਨੂੰ ਲੱਗਦਾ SGPC ਦੀ ਰਿਸਪੋਂਸੀਬਿਲਿਟੀ ਬਣਦੀ ਆ ਵੀ SGPC ਦਾ ਜਿਹੜਾ। ਤੁਸੀਂ ਮੰਨਦੇ ਹੋ ਕਿ SGPC ਦੀ ਵੀ ਖਾਮੀਆਂ ਰਹੀਆਂ ਨੇ? ਖਾਮੀਆਂ ਹੈਗੀਆਂ ਨੇ। SGPC ਦੀ ਰਿਸਪੋਂਸੀਬਿਲਿਟੀ ਬਣਦੀ ਹੈ ਪਿੰਡਾਂ ਦੇ ਵਿੱਚ ਰੋਜ਼ਗਾਰ ਦੇਣੇ, ਔਰ SGPC ਇਜ਼ ਅ ਸੈਕਿੰਡ ਗਵਰਨਮੈਂਟ ਆਫ ਪੰਜਾਬ, ਔਰ ਉਹਨਾਂ ਦਾ ਧਰਮ ਦੇ ਰਿਲੇਟਿਡ ਉਹਨਾਂ ਨੂੰ ਆਪਣੀ ਰਿਸਪੋਂਸੀਬਿਲਿਟੀ ਚੰਗੇ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ। ਜਿਹੜਾ ਇੰਨਾ ਫੰਡ ਆਉਂਦਾ ਆ, ਇੰਨਾ ਸਾਰਾ ਚੜਾਵਾ ਆਉਂਦਾ ਆ, ਉਹ ਕਿਸੇ ਚੰਗੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਇੰਨੇ ਸਾਰੇ ਗੁਰਦੁਆਰੇ ਬਣਾਏ ਆ, ਇਹ ਸਭ ਤੋਂ ਵੱਡਾ SGPC ਜਿਹੜਾ ਹੈ, ਉਹਨਾਂ ਨੂੰ ਉੱਥੇ ਖਿਲਾਫੀਅਤ ਕਰਨੀ ਚਾਹੀਦੀ ਕਿ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ, ਇੱਕ ਸ਼ਮਸ਼ਾਨ ਘਾਟ ਹੋਣਾ ਚਾਹੀਦਾ, ਜਿਹੜਾ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਉਹਦੇ ਵਿੱਚ ਉੱਥੇ ਤੁਸੀਂ ਗੁਰੂ ਪੱਖੀ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਪੂਰੀ ਪੜ੍ਹੀ ਹੈ, ਜਿਨ੍ਹਾਂ ਨੂੰ ਸਾਰਾ ਕੁਝ ਆਉਂਦਾ ਆ, ਉਹਨਾਂ ਨੂੰ ਉੱਥੇ ਬਿਠਾਉਣਾ ਚਾਹੀਦਾ, ਡਿਊਟੀ ਲਾਉਣੀ ਚਾਹੀਦੀ। ਬੱਚਿਆਂ ਨੂੰ ਵੀ ਐਜੂਕੇਟ ਕਰਨ, ਭਾਵੇਂ ਸ਼ਾਮ ਦੀ ਇੱਕ ਕਲਾਸ ਹੋਵੇ, ਆਪਾਂ ਨੂੰ ਆਪਣੀ ਗੁਰਬਾਣੀ ਬਾਰੇ ਤੇ ਪਤਾ ਹੋਵੇ, ਸਭ ਕੁਝ ਤੇ ਪਤਾ ਹੋਵੇ। ਪਤਾ ਹੀ ਨਹੀਂ ਬੱਚਿਆਂ ਨੂੰ, ਅੱਜ ਕੱਲ੍ਹ ਦਿਆਂ ਨੂੰ ਕੁਝ ਵੀ ਨਹੀਂ ਪਤਾ। ਫਿਰ ਤੁਸੀਂ ਕਹਿੰਦੇ ਹੋ ਅਸੀਂ ਸਿੱਖੀ ਸਰੂਪੀ ਦੀ ਗੱਲ ਕਰਦੇ ਹਾਂ, ਉਹਨਾਂ ਦੀ ਐਜੂਕੇਸ਼ਨ ਦਾ ਖਰਚਾ ਚੁੱਕਣ, ਜਿਹੜੇ ਨਹੀਂ ਪੈਸੇ ਖਰਚ ਕਰ ਸਕਦੇ, ਉਹਨਾਂ ਲਈ ਕੋਈ ਨਾ ਕੋਈ ਸਾਡੀਆਂ ਧੀਆਂ ਭੈਣਾਂ ਵਾਸਤੇ ਰੋਜ਼ਗਾਰ ਖੜਾ ਕਰਨ। SGPC ਦਾ ਇਹ ਫਰਜ਼ ਬਣਦਾ ਇੱਕ ਧਰਮ ਨੂੰ ਜੇ ਉਹ ਸਪੋਰਟ ਕਰਦੇ ਆ, ਤੇ ਬਾਕੀ ਕੁਝ ਕਰ ਹੀ ਨਹੀਂ ਰਹੇ।
ਵੱਡਾ ਸਵਾਲ ਸੋਨੀਆ ਮਾਨ ਨੇ ਖੜਾ ਕੀਤਾ ਹੈ, ਐਸਜੀਪੀਸੀ ਦੇ ਵੱਲੋਂ ਜੇ ਹੈ ਬਹੁਤ ਕੁਝ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਕਮੀਆਂ ਜ਼ਰੂਰ ਨੇ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਚਰਵਾਨ, ਦੈਨਿਕ ਸਵੇਰਾ ਟੀਵੀ।